ਕੁਝ ਮਹੀਨੇ ਪਹਿਲਾਂ ਹੀ ਮੈਂ ਆਪਣੇ ਘਰ ਵਿੱਚ ਕੰਮ ਕਰਨ ਲਈ ਇੱਕ ਨੌਕਰਾਣੀ ਰੱਖ ਲਈ। ਉਹ ਨੌਕਰਾਣੀ ਸਾਰਾ ਦਿਨ ਮੇਰੇ ਕੋਲ ਹੀ ਰਹਿੰਦੀ ਤੇ ਜਿਹੜਾ ਵੀ ਮੈਂ ਕੰਮ ਕਹਿੰਦੀ ਉਹ ਪੂਰਾ ਕਰਦੀ। ਅਜੇ ਤੱਕ ਉਸਦਾ ਵਿਆਹ ਨਹੀਂ ਹੋਇਆ ਸੀ, ਉਹ ਕੁਆਰੀ ਸੀ। ਇਸ ਲਈ ਸ਼ਾਇਦ ਪੈਸਿਆਂ ਦੀ ਵਜ੍ਹਾ ਕਰਕੇ ਉਸ ਨੂੰ ਘਰ ਦਾ ਕੰਮ ਕਰਨਾ ਪੈ ਰਿਹਾ ਸੀ। ਉਹ ਆਪਣਾ ਕੰਮ ਬਹੁਤ ਹੀ ਮਨ ਲਗਾ ਕੇ ਕਰਦੀ। ਇੱਕ ਦਿਨ ਰਾਤ ਦੇ ਸਮੇਂ ਜਦ ਮੈਂ ਸੌਂ ਰਹੀ ਸੀ ਤਾਂ ਮੈਨੂੰ ਕਿਸੇ ਦੇ ਉਲਟੀਆਂ ਕਰਨ ਦੀ ਆਵਾਜ਼ ਆਈ। ਮੈਂ ਹੈਰਾਨੀ ਦੇ ਨਾਲ ਉੱਠ ਕੇ ਦੇਖਿਆ ਤਾਂ ਮੇਰੇ ਪਤੀ ਜੱਸੀ ਕਮਰੇ ਵਿੱਚ ਨਹੀਂ ਸਨ। ਮੈਨੂੰ ਲੱਗਿਆ ਕਿ ਕਿਤੇ ਮੇਰੇ ਪਤੀ ਦੀ ਤਬੀਅਤ ਤਾਂ ਨਹੀਂ ਖਰਾਬ ਹੋ ਗਈ। ਇਸ ਲਈ ਮੈਂ ਜਲਦੀ ਨਾਲ ਵਾਸ਼ਰੂਮ ਵਿੱਚ ਗਈ, ਪਰ ਵਾਸ਼ਰੂਮ ਵਿੱਚ ਕੋਈ ਨਹੀਂ ਸੀ। ਤਾਂ ਮੈਂ ਸੋਚਿਆ ਕਿ ਉਹ ਬਾਹਰ ਵਾਲੇ ਵਾਸ਼ਰੂਮ ਵਿੱਚ ਹੋਣਗੇ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ, ਕਿਉਂਕਿ ਉੱਥੇ ਉਲਟੀਆਂ ਮੇਰੀ ਨੌਕਰਾਣੀ ਕਰ ਰਹੀ ਸੀ ਤੇ ਮੇਰੇ ਪਤੀ ਉਸਦੀ ਦੇਖਭਾਲ ਕਰ ਰਹੇ ਸੀ, ਉਸ ਨੂੰ ਪਾਣੀ ਪਿਲਾ ਰਹੇ ਸੀ। ਪਰ ਮੈਨੂੰ ਜ਼ਿਆਦਾ ਹੈਰਾਨੀ ਇਸ ਗੱਲ ਦੀ ਸੀ ਕਿ ਉਹ ਤਾਂ ਅਜੇ ਕੁਆਰੀ ਹੈ ਤੇ ਉਹ ਤਾਂ ਸਾਡੇ ਘਰ ਤੋਂ ਬਿਨਾਂ ਹੋਰ ਕਿਤੇ ਜਾਂਦੀ ਵੀ ਨਹੀਂ, ਤਾਂ ਫਿਰ ਉਸ ਨੂੰ ਉਲਟੀਆਂ ਕਿਉਂ ਹੋ ਰਹੀਆਂ ਹਨ? ਮੈਨੂੰ ਤਾਂ ਉਲਟੀਆਂ ਕੁਝ ਅਲੱਗ ਹੀ ਲੱਗ ਰਹੀਆਂ ਸਨ। ਦਰਅਸਲ ਮੈਂ ਆਪਣੇ ਪਤੀ ਜੱਸੀ ਦੇ ਨਾਲ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। ਜੱਸੀ ਤੇ ਮੇਰੇ ਵਿਆਹ ਨੂੰ 8 ਸਾਲ ਹੋ ਗਏ ਸਨ, ਪਰ ਅਸੀਂ ਦੋਨੋਂ ਹੁਣ ਤੱਕ ਮਾਂ-ਬਾਪ ਨਹੀਂ ਬਣ ਸਕੇ। ਇੱਕ ਦਿਨ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਚੱਲ ਆਪਾਂ ਨੂੰ ਹਸਪਤਾਲ ਜਾ ਕੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ। ਤਾਂ ਮੈਂ ਗੁੱਸੇ ਵਿੱਚ ਆ ਕੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਕਿਉਂ ਜਾ ਕੇ ਚੈੱਕਅਪ ਕਰਵਾਵਾਂ, ਤੁਸੀਂ ਜਾਓ ਤੇ ਤੁਸੀਂ ਆਪਣਾ ਚੈੱਕਅਪ ਕਰਵਾ ਕੇ ਆਓ। ਕਮੀ ਮੇਰੇ ਵਿੱਚ ਨਹੀਂ, ਜੇ ਕੋਈ ਕਮੀ ਹੈ ਤਾਂ ਤੁਹਾਡੇ ਵਿੱਚ ਹੈ। ਮੇਰੇ ਪਤੀ ਕੁਝ ਨਾ ਬੋਲ ਕੇ ਉੱਥੋਂ ਚੁੱਪ ਕਰਕੇ ਚਲੇ ਗਏ। ਪਰ ਦਿਨ ਪਰ ਦਿਨ ਸਾਡੇ ਵਿੱਚ ਬੱਚੇ ਨੂੰ ਲੈ ਕੇ ਲੜਾਈ ਵੱਧਦੀ ਜਾ ਰਹੀ ਸੀ, ਜਿਸ ਦੀ ਵਜ੍ਹਾ ਨਾਲ ਮੇਰੇ ਪਤੀ ਹੁਣ ਘਰ ਵਿੱਚ ਘੱਟ ਸਮਾਂ ਬਿਤਾਉਂਦੇ ਸਨ ਤੇ ਰਾਤ ਨੂੰ ਵੀ ਦੇਰ ਨਾਲ ਘਰ ਵਾਪਸ ਆਉਂਦੇ ਸਨ ਤੇ ਆ ਕੇ ਸਿੱਧਾ ਸੌਂ ਜਾਂਦੇ। ਮੈਂ ਸਾਰਾ ਦਿਨ ਘਰ ਵਿੱਚ ਇਕੱਲੇ ਬੈਠੇ-ਬੈਠੇ ਬੋਰ ਹੋ ਜਾਂਦੀ ਸੀ। ਇਸ ਲਈ ਮੈਂ ਵੀ ਘਰ ਵਿੱਚ ਕੰਮ ਕਰਨ ਲਈ ਇੱਕ ਨੌਕਰਾਣੀ ਰੱਖ ਲਈ। ਉਸ ਤੋਂ ਸਾਰਾ ਘਰ ਦਾ ਕੰਮ ਕਰਵਾ ਲੈਂਦੀ ਤੇ ਆਪ ਕਿੱਟੀ ਪਾਰਟੀਆਂ ਤੇ ਸਹੇਲੀਆਂ ਨਾਲ ਰਹਿੰਦੀ। ਪਰ ਹੌਲੀ-ਹੌਲੀ ਮੈਂ ਦੇਖਿਆ ਕਿ ਸਾਡੇ ਘਰ ਦਾ ਮਾਹੌਲ ਬਦਲਦਾ ਜਾ ਰਿਹਾ ਸੀ। ਮੇਰੇ ਪਤੀ ਨੂੰ ਨੌਕਰਾਣੀ ਦੇ ਹੱਥ ਦਾ ਬਣਿਆ ਖਾਣਾ ਬਹੁਤ ਚੰਗਾ ਲੱਗਣ ਲੱਗਿਆ। ਇੱਕ ਦਿਨ ਮੈਂ ਆਪਣੀ ਨੌਕਰਾਣੀ ਨੂੰ ਘਰ ਛੱਡ ਕੇ ਆਪਣੀ ਕਿੱਟੀ ਪਾਰਟੀ ਵਿੱਚ ਚਲੀ ਗਈ। ਮੈਨੂੰ ਕਿੱਟੀ ਪਾਰਟੀ ਵਿੱਚ ਘੱਟ ਤੋਂ ਘੱਟ 4 ਘੰਟੇ ਲੱਗ ਗਏ। ਮੈਂ ਉਸ ਦਿਨ ਬਿਲਕੁਲ ਥੱਕੀ ਹਾਰੀ ਘਰ ਪਹੁੰਚੀ ਤੇ ਡੋਰ ਬੈਲ ਵਜਾਈ। ਮੈਂ ਕਾਫੀ ਦੇਰ ਤੱਕ ਡੋਰ ਬੈਲ ਵਜਾਉਂਦੀ ਰਹੀ, ਪਰ ਨੌਕਰਾਣੀ ਨੇ ਦਰਵਾਜ਼ਾ ਨਾ ਖੋਲ੍ਹਿਆ। ਫਿਰ ਇੱਕਦਮ ਹੀ ਮੇਰੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਸ ਨੂੰ ਦੇਖਦੇ ਹੀ ਉਸ 'ਤੇ ਬਰਸ ਪਈ ਤੇ ਕਿਹਾ ਕਿ ਤੂੰ ਘੋੜੇ ਵੇਚ ਕੇ ਸੁੱਤੀ ਪਈ ਸੀ, ਜਿਹੜੀ ਤੈਨੂੰ ਬੈਲ ਨਹੀਂ ਸੁਣਾਈ ਦਿੱਤੀ। ਪਰ ਜਦ ਮੈਂ ਧਿਆਨ ਨਾਲ ਦੇਖਿਆ ਤਾਂ ਅੱਜ ਉਸਨੇ ਇੱਕ ਨਵੀਂ ਸਾੜੀ ਪਾਈ ਹੋਈ ਸੀ। ਸਾੜੀ ਉਸਨੇ ਠੀਕ ਢੰਗ ਨਾਲ ਨਹੀਂ ਬੰਨ੍ਹੀ ਸੀ। ਮੇਰੇ ਪੁੱਛਣ 'ਤੇ ਉਸਨੇ ਦੱਸਿਆ ਕਿ ਇਹ ਸਾੜੀ ਉਸਦੀ ਮਾਂ ਦੀ ਹੈ। ਅੱਜ ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਸੀ। ਮੈਂ ਗੁੱਸੇ ਵਿੱਚ ਅੰਦਰ ਆ ਗਈ ਤੇ ਫਿਰ ਮੈਂ ਉਸ ਨੂੰ ਚਾਹ ਬਣਾਉਣ ਲਈ ਕਿਹਾ। ਪਰ ਜਦ ਮੈਂ ਦੇਖਿਆ ਕਿ ਸਾਡੇ ਬੈੱਡਰੂਮ 'ਚੋਂ ਮੇਰੇ ਪਤੀ ਬਾਹਰ ਨਿਕਲ ਰਹੇ ਸੀ ਤਾਂ ਮੈਂ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਤਾਂ ਇਸ ਟਾਈਮ ਘਰ ਵਿੱਚ ਨਹੀਂ ਹੁੰਦੇ, ਅੱਜ ਤੁਸੀਂ ਘਰ ਕੀ ਕਰ ਰਹੇ ਹੋ? ਤੇ ਉਹ ਵੀ ਇਸ ਸਮੇਂ ਜਦ ਮੈਂ ਘਰ ਨਹੀਂ ਸੀ। ਜੱਸੀ ਨੇ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਆਫਿਸ ਤੋਂ ਜਲਦੀ ਘਰ ਆ ਗਿਆ। ਫਿਰ ਕੀ ਹੁਣ ਮੈਂ ਘਰ ਵੀ ਨਹੀਂ ਆ ਸਕਦਾ? ਇਹਦੇ ਲਈ ਵੀ ਮੈਨੂੰ ਤੇਰੀ ਇਜਾਜ਼ਤ ਲੈਣੀ ਪਵੇਗੀ। ਮੈਂ ਆਪਣੇ ਪਤੀ ਦਾ ਬਦਲਿਆ ਹੋਇਆ ਰਵੱਈਆ ਦੇਖ ਕੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ, ਕਿਉਂਕਿ ਜੇ ਮੈਂ ਕੁਝ ਬੋਲਦੀ ਤਾਂ ਇੱਕ ਵਾਰ ਫਿਰ ਤੋਂ ਸਾਡੀ ਲੜਾਈ ਹੋ ਜਾਂਦੀ। ਦੇਖਦੇ ਹੀ ਦੇਖਦੇ ਨੌਕਰਾਣੀ ਨੂੰ ਸਾਡੇ ਘਰ ਕੰਮ ਕਰਦੀ ਨੂੰ ਕਈ ਮਹੀਨੇ ਲੰਘ ਗਏ। ਹੁਣ ਹੌਲੀ-ਹੌਲੀ ਕਰਕੇ ਮੇਰੇ ਪਤੀ ਵੀ ਘਰ ਪਰ ਹੀ ਜ਼ਿਆਦਾ ਸਮਾਂ ਗੁਜ਼ਾਰਨ ਲੱਗੇ। ਆਪਣੇ ਟਾਈਮ ਨਾਲ ਆਫਿਸ ਚਲੇ ਜਾਂਦੇ ਤੇ ਕਦੇ-ਕਦੇ ਤਾਂ ਆਪਣੇ ਆਫਿਸ ਦੀ ਛੁੱਟੀ ਤੋਂ ਪਹਿਲਾਂ ਹੀ ਘਰ ਆ ਜਾਂਦੇ। ਪਹਿਲਾਂ ਉਹ ਮੇਰੇ ਨਾਲ ਘਰ ਦੇ ਕਿਸੇ ਕੰਮ ਵਿੱਚ ਵੀ ਮੇਰੀ ਮਦਦ ਨਹੀਂ ਕਰਦੇ ਸਨ, ਪਰ ਹੁਣ ਮੈਂ ਦੇਖ ਰਹੀ ਸੀ ਕਿ ਜਦ ਵੀ ਨੌਕਰਾਣੀ ਕੋਈ ਕੰਮ ਕਰਨ ਲੱਗਦੀ ਹੈ ਤਾਂ ਮੇਰੇ ਪਤੀ ਉਸ ਦੀ ਕੰਮ ਵਿੱਚ ਮਦਦ ਕਰਨ ਲੱਗ ਜਾਂਦੇ ਹਨ। ਜਦੋਂ ਨੌਕਰਾਣੀ ਖਾਣਾ ਬਣਾਉਂਦੀ ਹੈ ਤਾਂ ਉਸਦੇ ਖਾਣੇ ਦੀ ਬਹੁਤ ਤਾਰੀਫ ਕਰਦੇ ਹਨ। ਕਈ ਵਾਰ ਕੋਈ ਨਵੀਂ ਚੀਜ਼ ਬਣਾਉਣ ਲਈ ਕਹਿੰਦੇ ਹਨ ਤਾਂ ਉਹ ਕਹਿੰਦੀ ਹੈ ਕਿ ਸਾਹਿਬ ਮੈਂ ਇਹ ਸਬਜ਼ੀ ਕਦੇ ਨਹੀਂ ਬਣਾਈ, ਤਾਂ ਉਹ ਕਹਿ ਦਿੰਦੇ ਹਨ ਕਿ ਮੈਂ ਤੇਰੀ ਮਦਦ ਕਰ ਦੇਵਾਂਗਾ। ਉਹ ਰਲ ਕੇ ਰਸੋਈ ਵਿੱਚ ਖਾਣਾ ਬਣਾਉਂਦੇ। ਜਦ ਮੈਂ ਉਹਨਾਂ ਨੂੰ ਕਹਿੰਦੀ ਕਿ ਘਰ ਵਿੱਚ ਕੰਮ ਕਰਨ ਲਈ ਜਦੋਂ ਨੌਕਰਾਣੀ ਲਗਾਈ ਹੋਈ ਹੈ ਤਾਂ ਤੁਸੀਂ ਕਿਉਂ ਕੰਮ ਕਰ ਰਹੇ ਹੋ, ਤਾਂ ਮੇਰੇ ਪਤੀ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਕਿ ਕੰਮ ਕਰਨ ਨਾਲ ਬੰਦੇ ਦਾ ਸਰੀਰ ਠੀਕ ਰਹਿੰਦਾ ਹੈ
ਤੇ ਮੈਂ ਤੇਰੀ ਤਰ੍ਹਾਂ ਨਿਠੱਲੇ ਬਣ ਕੇ ਨਹੀਂ ਰਹਿਣਾ ਚਾਹੁੰਦਾ। ਜਦ ਦੇਖੋ ਮੇਰੇ ਪਤੀ ਰਸੋਈ ਵਿੱਚ ਹੀ ਹੁੰਦੇ। ਨੌਕਰਾਣੀ ਅਤੇ ਮੇਰੇ ਪਤੀ ਅਕਸਰ ਮਿਲ ਕੇ ਇਕੱਠੇ ਹੀ ਖਾਣਾ ਬਣਾਉਂਦੇ। ਜੇ ਮੈਂ ਆਪਣੇ ਪਤੀ ਨੂੰ ਕੁਝ ਕਹਿੰਦੀ ਤਾਂ ਉਹ ਮੈਨੂੰ ਗੁੱਸੇ ਨਾਲ ਬੋਲਦੇ ਕਿ ਇੱਕ ਤਾਂ ਮੈਂ ਤੈਨੂੰ ਖੁਸ਼ ਕਰਨ ਲਈ ਆਪਣੇ ਹੱਥਾਂ ਨਾਲ ਤੇਰੇ ਲਈ ਖਾਣਾ ਬਣਾ ਰਿਹਾ ਹਾਂ ਤੇ ਤੂੰ ਮੇਰੇ 'ਤੇ ਸ਼ੱਕ ਕਰ ਰਹੀ ਆਂ। ਮੈਂ ਤਾਂ ਬਸ ਨੌਕਰਾਣੀ ਤੋਂ ਥੋੜ੍ਹੀ ਜਿਹੀ ਮਦਦ ਲੈ ਰਿਹਾ ਸੀ। ਮੈਂ ਫਿਰ ਆਪਣੇ ਪਤੀ ਦੀ ਗੱਲ ਸੁਣ ਕੇ ਚੁੱਪ ਹੋ ਜਾਂਦੀ ਤੇ ਕੀ ਪਤਾ ਕਿ ਉਹ ਸੱਚਮੁੱਚ ਹੀ ਸਾਡੇ ਰਿਸ਼ਤੇ ਨੂੰ ਠੀਕ ਕਰਨ ਲਈ ਇਹ ਸਭ ਕਰ ਰਹੇ ਹੋਣ ਤੇ ਮੇਰੇ ਕੁਝ ਬੋਲਣ ਨਾਲ ਸਾਡਾ ਰਿਸ਼ਤਾ ਕਿਤੇ ਫਿਰ ਤੋਂ ਖਰਾਬ ਨਾ ਹੋ ਜਾਵੇ। ਇੱਕ ਦਿਨ ਰਾਤ ਦੇ ਸਮੇਂ ਮੈਂ ਤੇ ਜੱਸੀ ਦੋਵੇਂ ਸੋ ਰਹੇ ਸੀ ਤਾਂ ਅਚਾਨਕ ਮੇਰੀ ਅੱਖ ਖੁੱਲ੍ਹੀ ਕਿਉਂਕਿ ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ। ਮੈਂ ਆਪਣੇ ਕੋਲ ਰੱਖਿਆ ਹੋਇਆ ਪਾਣੀ ਦਾ ਜੱਗ ਚੁੱਕਿਆ ਤਾਂ ਦੇਖਿਆ ਕਿ ਉਸ ਵਿੱਚ ਪਾਣੀ ਨਹੀਂ ਸੀ ਤੇ ਫਿਰ ਮੈਂ ਪਾਣੀ ਲੈਣ ਲਈ ਉੱਠੀ ਤਾਂ ਦੇਖਿਆ ਕਿ ਮੇਰੇ ਪਤੀ ਤਾਂ ਕਮਰੇ ਵਿੱਚ ਹੈ ਹੀ ਨਹੀਂ ਸਨ। ਮੈਂ ਉੱਠ ਕੇ ਰਸੋਈ ਵਿੱਚ ਪਾਣੀ ਪੀਣ ਲਈ ਗਈ। ਮੈਂ ਆਪਣੇ ਪਤੀ ਨੂੰ ਬਾਥਰੂਮ ਵਿੱਚ ਦੇਖਿਆ ਪਰ ਉਹ ਉੱਥੇ ਵੀ ਨਹੀਂ ਸਨ। ਫਿਰ ਮੈਂ ਉਸ ਨੂੰ ਸਾਰੇ ਘਰ ਵਿੱਚ ਦੇਖਿਆ ਤਾਂ ਉਹ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਏ। ਮੈਂ ਘਬਰਾ ਗਈ। ਮੇਨ ਗੇਟ ਕੋਲ ਨੌਕਰਾਣੀ ਦਾ ਕਮਰਾ ਸੀ। ਜਦੋਂ ਮੈਂ ਉਸਦੇ ਕਮਰੇ ਵਿੱਚ ਦੇਖਿਆ ਤਾਂ ਮੈਂ ਹੋਰ ਵੀ ਹੈਰਾਨ ਹੋ ਗਈ। ਉੱਥੇ ਨੌਕਰਾਣੀ ਵੀ ਨਹੀਂ ਸੀ। ਫਿਰ ਮੈਂ ਮੇਨ ਗੇਟ ਦੇਖਿਆ, ਉਹ ਵੀ ਲੌਕ ਸੀ। ਮੈਨੂੰ ਯਕੀਨ ਸੀ ਕਿ ਉਹ ਹੈ ਤਾਂ ਘਰ ਵਿੱਚ ਹੀ ਨੇ। ਫਿਰ ਮੇਰਾ ਧਿਆਨ ਛੱਤ ਵੱਲ ਗਿਆ। ਮੈਂ ਹੌਲੀ-ਹੌਲੀ ਪੌੜੀਆਂ ਚੜ੍ਹ ਕੇ ਜਦੋਂ ਛੱਤ 'ਤੇ ਗਈ ਤਾਂ ਉੱਥੇ ਜੋ ਮੈਂ ਦੇਖਿਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਸਾਡੀ ਨੌਕਰਾਣੀ ਮੇਰੇ ਪਤੀ ਦੇ ਗਲ ਵਿੱਚ ਬਾਹਾਂ ਪਾ ਕੇ ਲਿਪਟੀ ਹੋਈ ਸੀ। ਇਹ ਦੇਖ ਕੇ ਮੈਂ ਉੱਚੀ ਦੇਣੀ ਬੋਲੀ, ਇਹ ਕੀ ਹੋ ਰਿਹਾ ਏ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਜਦੋਂ ਮੈਂ ਗੁੱਸੇ ਵਿੱਚ ਬੋਲੀ ਤਾਂ ਮੇਰੇ ਪਤੀ ਨੇ ਕਿਹਾ ਕਿ ਕੀ ਹੋ ਰਿਹਾ ਹੈ, ਕੀ ਬੋਲ ਰਹੀ ਹੈ? ਪਹਿਲਾਂ ਦੇਖ ਤਾਂ ਲੈ। ਮੈਂ ਪਾਣੀ ਪੀਣ ਲਈ ਉੱਠਿਆ ਸੀ। ਪਾਣੀ ਜੱਗ ਵਿੱਚ ਨਹੀਂ ਸੀ। ਮੈਂ ਸੋਚਿਆ ਰਸੋਈ ਵਿੱਚੋਂ ਲੈ ਲਵਾਂ ਤਾਂ ਨੌਕਰਾਣੀ ਛੱਤ 'ਤੇ ਜਾ ਰਹੀ ਸੀ। ਮੈਂ ਵੀ ਉਹਦੇ ਪਿੱਛੇ-ਪਿੱਛੇ ਆ ਗਿਆ। ਇਹ ਛੱਤ 'ਤੇ ਆ ਕੇ ਉੱਚੀ-ਉੱਚੀ ਰੋਣ ਲੱਗੀ। ਇਸ ਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਸੀ। ਮੈਂ ਤਾਂ ਸਿਰਫ ਇਸ ਨੂੰ ਚੁੱਪ ਕਰਾ ਰਿਹਾ ਸੀ। ਤੂੰ ਬਿਨਾਂ ਸੋਚੇ ਸਮਝੇ ਹੀ ਕੀ ਕੁਝ ਬੋਲ ਰਹੀ ਹੈ। ਤੈਨੂੰ ਤਾਂ ਸ਼ੱਕ ਕਰਨ ਦੀ ਆਦਤ ਪੈ ਗਈ ਹੈ। ਹੁਣ ਮੇਰਾ ਦਿਲ ਨਹੀਂ ਸੀ ਮੰਨਦਾ। ਮੈਨੂੰ ਮੇਰੇ ਪਤੀ ਤੇ ਨੌਕਰਾਣੀ 'ਤੇ ਸ਼ੱਕ ਹੋ ਰਿਹਾ ਸੀ। ਮੈਂ ਗੁੱਸੇ ਵਿੱਚ ਨੌਕਰਾਣੀ ਨੂੰ ਬਹੁਤ ਕੁਝ ਬੋਲੀ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਮੇਰੇ ਪਤੀ ਵੀ ਆਪਣੇ ਕਮਰੇ ਵਿੱਚ ਆ ਗਏ। ਪਰ ਮੈਂ ਹੁਣ ਸੋਚ ਲਿਆ ਸੀ ਕਿ ਨੌਕਰਾਣੀ ਨੂੰ ਹੁਣ ਘਰ ਵਿੱਚ ਨਹੀਂ ਰੱਖਣਾ। ਸਵੇਰੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਨੌਕਰਾਣੀ ਨੂੰ ਮੈਂ ਕੰਮ ਤੋਂ ਹਟਾ ਦੇਣਾ ਹੈ। ਮੇਰੇ ਪਤੀ ਗੁੱਸੇ ਵਿੱਚ ਬੋਲੇ, ਕੀ ਹੁਣ ਮੈਂ ਸੁੱਖ ਦੀ ਰੋਟੀ ਵੀ ਨਹੀਂ ਖਾ ਸਕਦਾ? ਤੂੰ ਤਾਂ ਮੇਰੇ ਨਾਲ ਲੜਦੀ ਰਹਿੰਦੀ ਹੈ, ਮੈਨੂੰ ਖਾਣਾ ਵੀ ਨਹੀਂ ਬਣਾ ਕੇ ਦਿੰਦੀ, ਨਾਲੇ ਤੇਰੇ ਤੋਂ ਤਾਂ ਘਰ ਦਾ ਕੰਮ ਵੀ ਨਹੀਂ ਹੁੰਦਾ। ਤੈਨੂੰ ਤਾਂ ਐਵੇਂ ਸ਼ੱਕ ਕਰਨ ਦੀ ਆਦਤ ਪੈ ਗਈ ਆ। ਹੁਣ ਮੈਂ ਆਪਣੇ ਮਨ ਵਿੱਚ ਬਹੁਤ ਪਛਤਾ ਰਹੀ ਸੀ ਕਿ ਇਸ ਨੌਕਰਾਣੀ ਨੂੰ ਘਰ ਵਿੱਚ ਕਿਉਂ ਰੱਖਿਆ। ਪਹਿਲਾਂ ਵਧੀਆ ਸੀ। ਅਸੀਂ ਦੋਵੇਂ ਪਤੀ ਪਤਨੀ ਇਕੱਠੇ ਤਾਂ ਰਹਿੰਦੇ ਸੀ, ਭਾਵੇਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ। ਪਰ ਹੁਣ ਤਾਂ ਮੇਰੇ ਪਤੀ ਪਹਿਲਾਂ ਨਾਲੋਂ ਵੀ ਮੇਥੋਂ ਦੂਰ ਹੋ ਗਏ ਸੀ। ਇੱਕ ਦਿਨ ਨੌਕਰਾਣੀ ਰਸੋਈ ਵਿੱਚ ਕੰਮ ਕਰ ਰਹੀ ਸੀ ਕਿ ਉਸ ਨੂੰ ਅਚਾਨਕ ਉਲਟੀ ਆਉਣ ਲੱਗੀ। ਮੈਂ ਹੈਰਾਨ ਸੀ ਕਿ ਉਸ ਨੂੰ ਇਸ ਤਰ੍ਹਾਂ ਦੀਆਂ ਉਲਟੀਆਂ ਕਿਉਂ ਆ ਰਹੀਆਂ ਏ। ਉਸ ਦੀਆਂ ਉਲਟੀਆਂ ਬਿਮਾਰੀ ਵਾਲੀਆਂ ਨਹੀਂ ਸਨ। ਮੈਨੂੰ ਪਤਾ ਸੀ ਕਿ ਉਹ ਘਰ ਤੋਂ ਬਾਹਰ ਵੀ ਨਹੀਂ ਗਈ ਸੀ। ਮੈਂ ਸੋਚਿਆ ਕਿ ਉਸ ਦੇ ਨਾਲ ਇਸ ਬਾਰੇ ਗੱਲ ਕਰਾਂਗੀ। ਪਰ ਉਸ ਰਾਤ ਫਿਰ ਮੈਨੂੰ ਕਿਸੇ ਦੇ ਉਲਟੀ ਕਰਨ ਦੀ ਆਵਾਜ਼ ਆਈ। ਜਦੋਂ ਮੈਂ ਕਮਰੇ ਵਿੱਚ ਦੇਖਿਆ ਤਾਂ ਮੇਰੇ ਪਤੀ ਵੀ ਕਮਰੇ ਵਿੱਚ ਨਹੀਂ ਸਨ। ਫਿਰ ਜਦੋਂ ਮੈਂ ਬਾਹਰ ਗਈ ਤਾਂ ਮੇਰੇ ਪਤੀ ਤਾਂ ਨੌਕਰਾਣੀ ਕੋਲ ਖੜ੍ਹੇ ਸੀ ਤੇ ਉਸ ਦੀ ਢੂਹੀ ਉੱਤੇ ਹੱਥ ਫੇਰ ਰਹੇ ਸੀ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਉੱਚੀ-ਉੱਚੀ ਬੋਲਣ ਲੱਗੀ। ਮੇਰੇ ਪਤੀ ਬਿਨਾਂ ਕਿਸੇ ਡਰ ਤੋਂ ਨੌਕਰਾਣੀ ਨੂੰ ਉਸਦੇ ਕਮਰੇ ਵਿੱਚ ਛੱਡਣ ਚਲੇ ਗਏ। ਮੈਨੂੰ ਉਹਨਾਂ 'ਤੇ ਇੰਨਾ ਗੁੱਸਾ ਆਇਆ। ਮੈਂ ਸੋਚ ਲਿਆ ਸੀ ਕਿ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ। ਮੈਨੂੰ ਹੁਣ ਆਪਣੇ ਪਤੀ ਤੋਂ ਤਲਾਕ ਦੀ ਵੀ ਲੋੜ ਨਹੀਂ ਸੀ। ਮੈਨੂੰ ਹੁਣ ਸੁਬਹ ਦੀ ਉਡੀਕ ਸੀ। ਸੁਬਹ ਮੈਂ ਆਪਣਾ ਸਮਾਨ ਪੈਕ ਕਰਕੇ ਜਾਣ ਲੱਗੀ ਤਾਂ ਮੇਰੇ ਪਤੀ ਨੇ ਕਿਹਾ ਕਿ ਤੂੰ ਕਿੱਥੇ ਚੱਲੀ ਐਂ? ਮੈਂ ਕਿਹਾ ਕਿ ਮੈਂ ਇਹ ਘਰ ਸਦਾ ਲਈ ਛੱਡ ਕੇ ਜਾ ਰਹੀ ਹਾਂ। ਤੁਸੀਂ ਕਰੋ ਆਪਣੀਆਂ ਮਨਮਰਜ਼ੀਆਂ। ਸ਼ਾਇਦ ਮੇਰੇ ਵਿੱਚ ਹੀ ਕੋਈ ਕਮੀ ਰਹਿ ਗਈ ਸੀ। ਮੈਂ ਆਪਣੇ ਰਿਸ਼ਤੇ ਨੂੰ ਨਾ ਸੰਭਾਲ ਸਕੀ, ਪਰ ਤੁਸੀਂ ਵੀ ਮੇਰੀ ਕੋਈ ਕਦਰ ਨਹੀਂ ਸੀ ਕਰੀ। ਮੇਰੇ ਪਤੀ ਨੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰੀ। ਉਹ ਵੀ ਮੇਰੇ ਤੋਂ ਅੱਕੇ ਪਏ ਸੀ, ਪਰ ਮੈਂ ਅੰਦਰੋਂ ਅੰਦਰੀ ਬਹੁਤ ਟੁੱਟ ਚੁੱਕੀ ਸੀ। ਮੈਂ ਘਰ ਛੱਡ ਕੇ ਚਲੀ ਗਈ। ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਮੇਰੇ ਪਤੀ ਨੇ ਨੌਕਰਾਣੀ ਨੂੰ ਘਰ ਵਿੱਚ ਰੱਖ ਲਿਆ ਤੇ ਉਹਨਾਂ ਦੇ ਇੱਕ ਬੱਚਾ ਵੀ ਹੋ ਗਿਆ। ਮੈਂ ਆਪਣੀ ਜਿੱਦ ਨਾਲ ਆਪਣਾ ਹੱਸਦਾ ਵਸਦਾ ਘਰ ਉਜਾੜ ਲਿਆ।
ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਧੰਨਵਾਦ।